ਆਓ ਅਸੀਂ ਕੁਝ ਉਦਾਹਰਨਾਂ ਦੇ ਰਾਹੀਂ ਵਿਅੰਜਕਾਂ ਨੂੰ ਸੰਖਿਆ ਰੇਖਾ ਤੇ ਹੱਲ ਕਰਦੇ ਹਾਂ। ਜਿਵੇਂ ਸਾਡੇ ਕੋਲ ਪਹਿਲੀ ਉਦਾਹਰਨ ਕਿ ਕਿਹੜੀ ਸੰਖਿਆ ਰੇਖਾ ਵਿਅੰਜਕ 361 + 544 ਨੂੰ ਦਰਸਾਉਂਦੀ ਹੈ। ਤਾਂ ਸਾਡੇ ਕੋਲ ਤਿੰਨ ਸੰਖਿਆ ਰੇਖਾ ਨੇ, ਅਸੀਂ ਇਹ ਦੱਸਣਾ ਕਿ ਕਿਹੜੀ ਸੰਖਿਆ ਰੇਖਾ ਸਾਨੂੰ ਸਹੀ ਉੱਤਰ ਦੱਸਦੀ ਪਈ ਹੈ। ਤਾਂ ਅਸੀਂ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਵੀ ਅਸੀਂ ਸੰਖਿਆ ਰੇਖਾ ਤੇ ਜੋੜ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਕੀ ਹੈ ਕਿ ਸੱਜੇ ਪਾਸੇ ਵੱਲ ਨੂੰ ਵੱਧਦੇ ਹਾਂ, ਅਤੇ ਜਦੋਂ ਅਸੀਂ ਘਟਾਓ ਕਰਦੇ ਹਾਂ ਸੰਖਿਆ ਰੇਖਾ 'ਤੇ ਹਮੇਸ਼ਾ ਅਸੀਂ ਕੀ ਹੈ ਕਿ ਖੱਬੇ ਪਾਸੇ ਵੱਲ ਨੂੰ ਜਾਂਦੇ ਹਾਂ। ਤਾਂ ਹੁਣ ਅਸੀਂ ਸੱਜੇ ਪਾਸੇ ਵੱਲ ਨੂੰ ਜਾਣਾ, ਤਾਂ ਜਿਵੇਂ ਅਸੀਂ ਕਿਹ 'ਚ ਜੋੜਨਾ 361 ਦੇ ਵਿੱਚ ਜੋੜਨਾ 544, ਮਤਲਬ ਕਿ 5 ਸੈਂਕੜੇ 4 ਦਹਾਈਆਂ 4 ਇਕਾਈਆਂ। ਤਾਂ ਅਸੀਂ ਪਹਿਲੀ ਸੰਖਿਆ ਰੇਖਾ ਦੇਖਦੇ 361 ਦੇ ਵਿੱਚ ਅਸੀਂ ਜੋੜਦੇ ਹਾਂ 400, ਇੱਥੇ ਜੁੜ ਰਿਹਾ ਸਾਨੂੰ ਦਿਖ ਰਿਹਾ ਵੀ 400 ਜੁੜਦਾ ਪਿਆ, ਪਰ ਅਸੀਂ ਕਿੰਨਾ ਜੋੜਨਾ 500, ਮਤਲਬ ਕਿ 5 ਸੈਂਕੜੇ ਜੋੜਨੇ। ਤਾਂ ਇਸ ਲਈ ਸਾਡੀ ਪਹਿਲੀ ਸੰਖਿਆ ਰੇਖਾ ਸਾਨੂੰ ਸਹੀ ਉੱਤਰ ਨਹੀਂ ਦੱਸੇਗੀ। ਤਾਂ ਅਸੀਂ ਅਗਲੀ ਸੰਖਿਆ ਰੇਖਾ ਦੇਖਦੇ ਹਾਂ, ਅਤੇ ਦੂਸਰੀ ਸੰਖਿਆ ਰੇਖਾ ਦੇ ਵਿੱਚ ਕੀ ਕਿ 361 + 500, ਮਤਲਬ ਕਿ 5 ਸੈਂਕੜੇ ਜੁੜਦੇ ਪਏ, ਪਲੱਸ 40 ਮਤਲਬ ਕਿ 4 ਦਹਾਈਆਂ ਜੁੜਦੀਆਂ ਪਈਆਂ ਨੇ, ਪਲੱਸ 4 ਭਾਵ ਕਿ 4 ਇਕਾਈਆਂ ਜੁੜਦੀਆਂ ਪਈਆਂ ਨੇ, ਮਤਲਬ ਕਿ 500 + 40 + 4 ਕਿੰਨਾ ਹੋ ਗਿਆ 544। ਅਤੇ ਅਸੀਂ ਇਹਨਾਂ ਨੂੰ 361 ਦੇ ਵਿੱਚ ਜਦੋਂ ਜੋੜਦੇ ਤਾਂ ਸਾਨੂੰ ਕਿੰਨਾ ਉੱਤਰ ਮਿਲ ਜਾਂਦਾ, ਸਾਨੂੰ 905 ਜਿਹੜਾ ਉੱਤਰ ਸਾਡਾ ਸਹੀ ਸਾਨੂੰ ਪ੍ਰਾਪਤ ਹੋ ਜਾਂਦਾ। ਤਾਂ ਇਸਦਾ ਮਤਲਬ ਕਿ ਜਿਹੜੀ ਸਾਡੀ ਦੂਸਰੀ ਸੰਖਿਆ ਰੇਖਾ ਅਸੀਂ ਇਹਨੂੰ ਮਾਰਕ ਕਰ ਦਿੰਦੇ ਹਾਂ, ਸਾਨੂੰ ਇਹ ਜਿਹੜਾ ਸਹੀ ਉੱਤਰ ਸਾਨੂੰ ਦੱਸਦੀ ਪਈ ਹੈ। ਤਾਂ ਹੁਣ ਅਸੀਂ ਜੇ ਤੀਸਰੀ ਸੰਖਿਆ ਰੇਖਾ ਵੀ ਦੇਖ ਲਈ, ਉਸਦੇ ਵਿੱਚ ਕੀ 361 ਦੇ ਵਿੱਚ ਕੀ ਹੈ 50 ਜੁੜਦੇ ਪਏ ਆ, ਭਾਵ ਕਿ 5 ਦਹਾਈਆਂ ਜੁੜਦੀਆਂ ਪਈਆਂ ਨੇ, ਪਰ ਅਸੀਂ ਕਿੱਥੋਂ ਸ਼ੁਰੂ ਕਰਨਾ 5 ਸੈਂਕੜੇ ਤੋਂ ਸ਼ੁਰੂ ਕਰਨਾ। ਤਾਂ ਇਸ ਲਈ ਇਹ ਜਿਹੜੀ ਕੀ ਹੈਗੀ ਤੀਸਰੀ ਸੰਖਿਆ ਰੇਖਾ ਸਹੀ ਉੱਤਰ ਨਹੀਂ ਦੱਸੇਗੀ। ਤਾਂ ਸਾਡਾ ਸਹੀ ਉੱਤਰ ਜਿਹੜੀ ਕਿਹੜੀ ਸੰਖਿਆ ਰੇਖਾ ਦੱਸਦੀ ਪਈ ਹੈ, ਦੂਸਰੀ ਦੱਸਦੀ ਪਈ ਹੈ ਕਿ 361 ਦੇ ਵਿੱਚ ਜਦੋਂ ਅਸੀਂ 544 ਜੋੜਦਾ ਤਾਂ ਸਾਡੇ ਕੋਲ ਕਿੰਨਾ ਆ ਗਿਆ 905 ਜਿਹੜਾ ਉੱਤਰ ਸਾਨੂੰ ਪ੍ਰਾਪਤ ਹੋ ਗਿਆ। ਤਾਂ ਹੁਣ ਅਸੀਂ ਅਗਲੀ ਉਦਾਹਰਨ ਲੈਂਦੇ ਹਾਂ। ਸਾਡੇ ਕੋਲ ਦੂਸਰੀ ਉਦਾਹਰਨ ਹੈ ਕਿ ਹੇਠ ਦਿੱਤੇ ਵਿਅੰਜਕਾਂ ਵਿੱਚੋਂ ਕਿਹੜਾ ਵਿਅੰਜਕ ਸੰਖਿਆ ਰੇਖਾ ਨਾਲ ਹੱਲ ਹੋਇਆ ਹੈ। ਮਤਲਬ ਕਿ ਸਾਡੇ ਕੋਲ ਸੰਖਿਆ ਰੇਖਾ ਵੀ 718 + 200 ਸੱਜੇ ਪਾਸੇ ਨੂੰ ਵਧੇ ਆ, 918 ਹੋ ਗਏ ਪਲੱਸ 40 ਮਤਲਬ ਕਿ 958 ਹੋ ਗਏ। ਤਾਂ ਹੁਣ ਅਸੀਂ ਦੱਸਣਾ ਕਿ ਇਹ ਤਿੰਨਾਂ ਦੇ ਵਿੱਚੋਂ ਕਿਹੜਾ ਵਿਅੰਜਕ ਜਿਹੜਾ ਇਹ 'ਤੇ ਹੱਲ ਹੋਇਆ। ਅਸੀਂ ਜੇ ਪਹਿਲੇ ਵਿਅੰਜਕ ਨੂੰ ਦੇਖੀਏ 718 + 204, ਤਾਂ ਇੱਥੇ ਸੈਂਕੜੇ ਦੇ ਤੇ ਸਥਾਨ 'ਤੇ ਸਾਡੇ ਕੋਲ ਕੀ ਹੈ 2 ਆ, ਇੱਥੇ ਵੀ ਸਾਡੇ ਕੋਲ 2 ਸੈਂਕੜੇ ਨੇ, ਪਰ ਉਰੇ ਦਹਾਈ ਦੇ ਸਥਾਨ 'ਤੇ ਸਾਡੇ ਕੋਲ ਕੀ ਹੈ 4 ਹੈ, ਪਰ ਉਰੇ ਦਹਾਈ ਦੇ ਸਥਾਨ 'ਤੇ ਸਾਡੇ ਕੋਲ ਕੀ ਹੈ 0 ਆ। ਇਸ ਲਈ ਜਿਹੜਾ ਪਹਿਲਾ ਜਿਹੜਾ ਵਿਅੰਜਕ ਆ ਉਹ ਸਹੀ ਨਹੀਂ ਹੈ, ਮਤਲਬ ਸਾਡਾ ਉੱਤਰ ਨਹੀਂ ਹੈ। ਅਤੇ ਦੂਸਰਾ ਵਿਅੰਜਕ ਦੇਖੀਏ ਕਿ 718 + 2040, ਭਾਵ ਕਿ ਸਾਡਾ ਸੰਖਿਆ ਰੇਖਾ 'ਤੇ 718 ਦੇ ਵਿੱਚ 2040 ਕਿਤੇ ਵੀ ਜੁੜ ਨਹੀਂ ਰਿਹਾ, ਤਾਂ ਇਸ ਲਈ ਇਹ ਵੀ ਉੱਤਰ ਸਾਡਾ ਸਹੀ ਨਹੀਂ ਹੈ। ਅਤੇ ਤੀਸਰਾ ਵਿਅੰਜਕ ਦੇਖੀਏ 718 + 240, ਮਤਲਬ ਕਿ 718 + 200 ਦਾ ਮਤਲਬ ਕਿ 2 ਸੈਂਕੜੇ, 40 ਦਾ ਮਤਲਬ ਕਿ 4 ਦਹਾਈਆਂ। ਤਾਂ ਇਹਦਾ ਮਤਲਬ ਕਿ 240 ਜਦੋਂ ਜੁੜ ਗਿਆ 718 ਦੇ ਵਿੱਚ ਸਾਡੇ ਕੋਲ ਕੀ ਆ ਗਿਆ 958 ਸਾਨੂੰ ਸਹੀ ਉੱਤਰ ਪ੍ਰਾਪਤ ਹੋ ਗਿਆ। ਤਾਂ ਅਸੀਂ ਇਹਨੂੰ ਮਾਰਕ ਕਰ ਦਿੱਤਾ ਕਿ ਸਾਡਾ ਤੀਸਰਾ ਵਿਅੰਜਕ ਸਹੀ ਹੈ ਕਿ 718 + 240 ਦੇ ਵਿੱਚ ਅਸੀਂ ਜੋੜਿਆ ਤਾਂ ਸਾਡੇ ਕੋਲ ਉੱਤਰ ਆ ਗਿਆ 958। ਸਾਡੇ ਕੋਲ ਤੀਸਰੀ ਉਦਾਹਰਨ ਹੈ ਕਿ ਕਿਹੜੀ ਸੰਖਿਆ ਰੇਖਾ ਵਿਅੰਜਕ 585 ਘਟਾਓ 368 ਨੂੰ ਦਰਸਾਉਂਦੀ ਹੈ। ਤਾਂ ਅਸੀਂ ਦੇਖਦੇ ਹਾਂ ਜਿਵੇਂ ਸਾਡੇ ਕੋਲ ਪਹਿਲੀ ਸੰਖਿਆ ਰੇਖਾ, ਹੁਣ ਜਦੋਂ ਅਸੀਂ ਘਟਾਓ ਕਰਨਾ ਤਾਂ ਅਸੀਂ ਖੱਬੇ ਪਾਸੇ ਵੱਲ ਨੂੰ ਵਧਾਂਗੇ। ਤਾਂ ਅਸੀਂ ਘਟਾਓ ਕਿਹ 'ਚੋਂ ਕਰ ਰਹੇ ਹਾਂ ਪਹਿਲੀ ਸੰਖਿਆ ਰੇਖਾ ਦੇ ਵਿੱਚ 558 ਦੇ ਵਿੱਚੋਂ, ਪਰ ਅਸੀਂ ਘਟਾਓ ਕਿਹ 'ਚੋਂ ਕਰਨਾ 585 ਚੋਂ, ਅਤੇ ਇਸ ਲਈ ਪਹਿਲੀ ਸੰਖਿਆ ਰੇਖਾ ਸਾਨੂੰ ਸਹੀ ਉੱਤਰ ਨਹੀਂ ਦੱਸੇਗੀ। ਅਤੇ ਅਗਲੇ ਅਸੀਂ ਦੂਸਰੀ ਸੰਖਿਆ ਰੇਖਾ ਦੀ ਗੱਲ ਕਰੀਏ, ਇਸਦੇ ਵਿੱਚ ਕੀ ਹੈ ਕਿ 585 ਘਟਾਓ 300 ਭਾਵ ਕਿ ਸਾਡੇ ਕੋਲ ਇੱਥੇ 3 ਸੈਂਕੜੇ ਨੇ, 6 ਦਹਾਈਆਂ 8 ਇਕਾਈਆਂ, ਮਤਲਬ ਕਿ 585 ਘਟਾਓ 300 3 ਸੈਂਕੜੇ ਘੱਟ ਗਏ, ਘਟਾਓ 80 ਮਤਲਬ ਕਿ 8 ਦਹਾਈਆਂ ਘੱਟ ਗਈਆਂ, ਪਰ ਅਸੀਂ ਇੱਥੇ ਦਹਾਈਆਂ ਦੇ ਸਥਾਨ 'ਤੇ ਸਾਡੇ ਕੋਲ ਕੀ ਹੈ 6 ਹੈ, ਅਤੇ ਇਸ ਲਈ ਦੂਸਰੀ ਸੰਖਿਆ ਰੇਖਾ ਵੀ ਸਾਡਾ ਸਹੀ ਉੱਤਰ ਸਾਨੂੰ ਨਹੀਂ ਦੱਸੇਗੀ। ਅਸੀਂ ਤੀਸਰੀ ਸੰਖਿਆ ਰੇਖਾ ਦੇਖਦੇ ਹਾਂ 585 ਘਟਾਓ 300 ਭਾਵ ਕਿ 3 ਸੈਂਕੜੇ ਘੱਟ ਗਏ, ਘਟਾਓ 60 ਭਾਵ ਕਿ 6 ਦਹਾਈਆਂ ਘੱਟ ਗਈਆਂ, ਘਟਾਓ 8 ਭਾਵ ਕਿ 8 ਇਕਾਈਆਂ ਘਟਾਓ ਹੋ ਗਈਆਂ, ਤਾਂ ਸਾਡੇ ਕੋਲ ਉੱਤਰ ਕਿੰਨਾ ਆ ਗਿਆ 217। ਮਤਲਬ ਕਿ ਜੇ ਅਸੀਂ 585 ਦੇ ਵਿੱਚੋਂ 368 ਘਟਾਓ ਕਰਦਾ ਤਾਂ ਸਾਨੂੰ ਕਿੰਨਾ ਉੱਤਰ ਪ੍ਰਾਪਤ ਹੋਇਆ, ਸਾਨੂੰ 217 ਉੱਤਰ ਜਿਹੜਾ ਸਾਨੂੰ ਸਹੀ ਪ੍ਰਾਪਤ ਹੋ ਗਿਆ। ਤਾਂ ਜਿਹੜੀ ਸਾਡੀ ਤੀਸਰੀ ਸੰਖਿਆ ਰੇਖਾ ਉਹ ਸਾਨੂੰ ਸਹੀ ਉੱਤਰ ਦਰਸਾਉਂਦੀ ਪਈ ਹੈ ਕਿ ਜਦੋਂ ਅਸੀਂ 585 'ਚੋਂ 368 ਘਟਾਓ ਕਰਦਾ ਤਾਂ ਸਾਨੂੰ 217 ਉੱਤਰ ਜਿਹੜਾ ਸਾਨੂੰ ਉਹ ਪ੍ਰਾਪਤ ਹੋ ਗਿਆ। ਸਾਡੇ ਕੋਲ ਚੌਥੀ ਉਦਾਹਰਨ ਆ ਗਈ ਹੈ ਆਖਰੀ, ਅਤੇ ਇਸ ਦੇ ਵਿੱਚ ਕੀ ਹੈ ਕਿ ਹੇਠ ਦਿੱਤੇ ਵਿਅੰਜਕਾਂ ਵਿੱਚੋਂ ਕਿਹੜਾ ਵਿਅੰਜਕ ਸੰਖਿਆ ਰੇਖਾ ਨਾਲ ਹੱਲ ਹੋਇਆ। ਤਾਂ ਇਹਦੇ ਵਿੱਚ ਕੀ ਹੈ ਕਿ 935 ਦੇ ਵਿੱਚੋਂ ਤੋਂ ਸ਼ੁਰੂ ਕੀਤਾ, ਘਟਾਓ 400 ਮਤਲਬ ਕਿ ਅਸੀਂ ਖੱਬੇ ਪਾਸੇ ਨੂੰ ਵੱਧਦੇ ਪਏ ਹਾਂ, ਘਟਾਓ 20 ਤਾਂ ਉੱਤਰ ਕਿੰਨਾ ਹੈ 515। ਤਾਂ ਅਸੀਂ ਪਹਿਲਾ ਵਿਅੰਜਕ ਦੇਖਦੇ ਹਾਂ ਕਿ 935 ਘਟਾਓ 420 ਮਤਲਬ ਕਿ 4 ਸੈਂਕੜੇ ਉਹ ਅਸੀਂ ਘਟਾ ਰਹੇ ਹਾਂ, ਅੱਗੇ ਦਹਾਈ ਦੇ ਸਥਾਨ 'ਤੇ 2 ਹੈ ਤਾਂ ਭਾਵ ਕਿ 2 ਦਹਾਈਆਂ ਮਤਲਬ ਕੀ ਹੈ ਕਿ 20 ਘਟਾਓ ਕਰਦੇ ਪਏ ਹਾਂ, ਤਾਂ 515। ਇਹਦਾ ਮਤਲਬ ਕਿ ਸਾਡਾ ਪਹਿਲਾ ਉੱਤਰ ਸਹੀ ਹੈ, ਅਸੀਂ ਇਹਨੂੰ ਮਾਰਕ ਕਰ ਦਿੰਦੇ ਹਾਂ
ਕਿ 935 ਘਟਾਓ 420 ਕਿੰਨਾ ਉੱਤਰ ਆਉਂਦਾ ਸਾਡੇ ਕੋਲ 515 ਉੱਤਰ ਸਾਨੂੰ ਜਿਹੜਾ ਉਹ ਪ੍ਰਾਪਤ ਹੋ ਜਾਂਦਾ। ਜੇ ਅਸੀਂ ਅਗਲੇ ਵਿਅੰਜਕ ਵੀ ਦੇਖੀਏ ਤਾਂ 935 ਘਟਾਓ 402 ਆ, ਮਤਲਬ ਕਿ ਸੈਂਕੜੇ ਦੇ ਸਥਾਨ 'ਤੇ ਤਾਂ 4 ਆ, ਪਰ ਦਹਾਈ ਦੇ ਸਥਾਨ 'ਤੇ ਸਾਡੇ ਕੋਲ ਉਰੇ 2 ਹੈ, ਪਰ ਉਰੇ ਕੀ ਹੈ ਸਾਡੇ ਕੋਲ 0, ਇਸ ਲਈ ਸਾਡਾ ਉੱਤਰ ਨਹੀਂ ਹੈ। ਤਾਂ ਅੱਗੇ ਅਗਲਾ ਸਾਡੇ ਕੋਲ ਤੀਸਰਾ ਵਿਅੰਜਕ ਹੈ 4020, ਪਰ ਅਸੀਂ ਘਟਾਓ ਕਿੱਥੋਂ ਸ਼ੁਰੂ ਕੀਤਾ 935 ਤੋਂ। ਤਾਂ ਇਸ ਦਾ ਮਤਲਬ ਕਿ ਤੀਸਰਾ ਵਿਅੰਜਕ ਵੀ ਸਾਡਾ ਉੱਤਰ ਨਹੀਂ ਹੈ, ਤਾਂ ਸਾਡਾ ਉੱਤਰ ਜਿਹੜਾ ਸਹੀ ਹੈ ਉਹ ਪਹਿਲਾਂ ਹੀ ਹੈ ਕਿ 935 ਘਟਾਓ 420, ਤਾਂ ਉੱਤਰ ਸਾਨੂੰ ਸਹੀ ਕਿੰਨਾ ਹੋਇਆ 515, ਸਾਨੂੰ ਉੱਤਰ ਜਿਹੜਾ ਉਹ ਪ੍ਰਾਪਤ ਹੋ ਗਿਆ। ਤਾਂ ਇਸ ਤਰ੍ਹਾਂ ਕੀ ਹੈ ਕਿ ਜਦੋਂ ਵੀ ਅਸੀਂ ਸੰਖਿਆ ਰੇਖਾ 'ਤੇ ਇੱਕ ਜੋੜ ਘਟਾਓ ਕਰਦੇ ਹਾਂ, ਤਾਂ ਅਸੀਂ ਜਦੋਂ ਵੀ ਮਤਲਬ ਜੋੜ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਕੀ ਹੈ ਕਿ ਸੱਜੇ ਪਾਸੇ ਵੱਲ ਨੂੰ ਜਾਂਦੇ ਹਾਂ, ਅਤੇ ਜਦੋਂ ਅਸੀਂ ਘਟਾਓ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਖੱਬੇ ਪਾਸੇ ਵੱਲ ਨੂੰ ਜਾਂਦੇ ਹਾਂ।